कुर्बानै जाऊँ मेहरबाना, हाँ कुर्बानै जाऊँ, कुर्बानै जाऊँ मेहरबाना, कुर्बानै जाऊँ। तिना कहो साध कुर्बानै जाऊँ। हाँ कुर्बानै जाऊँ मेहरबाना, हाँ कुर्बानै जाऊँ, हाँ कुर्बानै जाऊँ मेहरबाना, हाँ कुर्बानै जाऊँ। हाँ कुर्बानै जाऊँ मेहरबाना। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਘਾਏ। ਮੇਰੇ ਕੰਤ ਨ ਭਾਵੈ ਚੁਲੜਾ ਪਿਆਰੇ, ਕਿਉ ਤਨ ਸੇ ਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ। ਲੈਣ ਜੋ ਤੇਰਾ ਨਾਉ ਤਿਨਾ ਕੈ, ਹਉ ਸਦ ਕੁਰਬਾਨੈ ਜਾਉ ਰਹਾਉ। ਕਾਇਆ ਰੰਗਣ ਜੇਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ। ਨਾਨਕ ਕਾਮਨ ਕੰਤੈ ਭਾਵੈ, ਆਪੇ ਹੀ ਰਾਵੇ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਕੁਰਬਾਨੈ ਜਾਉ ਮਿਹਰਬਾਨਾ, ਕੁਰਬਾਨੈ ਜਾਉ। ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੈ, ਹਾਂ ਸਾਧ ਕੁਰਬਾਨੈ ਜਾਉ।
ਜਾਉ ਮਨ ਜਾਉ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜਨ ਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੂਰੋਂ ਨੇੜੇ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਮੁਖ ਪਿਆਰਿਆਂ ਤੋਂ ਰੱਬੀ ਬਾਣੀ ਦਾ ਹਰੀ ਜਸ ਕੀਰਤਨ ਅਤੇ ਸਾਡੇ ਤੋਂ ਪਹਿਲਾਂ ਮਹਾਨ ਵਿਦਵਾਨ ਗਿਆਨੀ ਮਨਪ੍ਰੀਤ ਸਿੰਘ ਜੀ ਤੋਂ ਗੁਰੂ ਕਾ ਇਤਿਹਾਸ ਅਤੇ ਮਹਾਂਪੁਰਸ਼ਾਂ ਦੇ ਜੀਵਨ ਪ੍ਰਤੀ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਬੜੇ ਵਿਦਵਤਾ ਭਰਪੂਰ ਵਚਨ ਭਾਈ ਸਾਹਿਬ ਜੀ ਨੇ ਸਰਵਣ ਕਰਾਏ ਹਨ। ਜਿੱਥੇ ਇਲਾਕੇ ਦੀ ਸੰਗਤ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋ ਰਹੀ ਹੈ, ਉੱਥੇ ਸਤਿਕਾਰਯੋਗ ਸੇਵਾ ਦੇ ਪੁੰਜ ਜਿਨ੍ਹਾਂ ਦਾ ਸਾਰਾ ਜੀਵਨ ਗੁਰੂ ਘਰ ਨੂੰ ਸਮਰਪਿਤ ਹੈ, ਗੁਰੂ ਘਰ ਦੀਆਂ ਇਮਾਰਤਾਂ ਬਣਾਉਣੀਆਂ, ਸਰਾਵਾਂ ਬਣਾਉਣੀਆਂ, ਜਿੱਥੇ ਲੋੜ ਪਵੇ ਉੱਥੇ ਜਾ ਕੇ ਲੰਗਰ ਲਾਉਣਾ ਹੈ। ਕਿਉਂਕਿ ਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੈ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ। ਖਜ਼ਾਨੇ ਗੁਰੂ ਘਰ ਦੇ ਨੇ, ਕੁੰਜੀਆਂ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਸੌਂਪੀਆਂ ਨੇ, ਜਿਹੜੇ ਹਰ ਵੇਲੇ ਸੇਵਾ ਤੇ ਤਤਪਰ ਰਹਿੰਦੇ ਨੇ। ਕਹਿਣ ਤੋਂ ਭਾਵ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਵਾਲੇ, ਉਹ ਵੀ ਸੰਗਤ ਵਿੱਚ ਸਭਾਏਮਨ ਹਨ। ਭਾਵੇਂ ਘੱਗਾ ਅਕਾਲਗੜ੍ਹ ਉੱਥੇ ਅੱਜ ਅਖੀਰਲਾ ਦੀਵਾਨ ਸੀ, ਸਵੇਰੇ ਅੰਮ੍ਰਿਤ ਸੰਚਾਰ ਹੋ ਰਿਹਾ ਉੱਥੇ, ਪਰ ਪ੍ਰੇਮ ਅੱਗੇ ਨੇਮ ਨਹੀਂ ਹੁੰਦਾ। ਪ੍ਰਧਾਨ ਜੀ ਕਹਿੰਦੇ ਤੁਸੀਂ ਜ਼ਰੂਰ ਹਾਜ਼ਰੀ ਲਵਾਉਣੀ ਹੈ, ਭਾਵੇਂ ਥੋੜ੍ਹਾ ਸਮਾਂ ਹੀ ਲਾਇਓ। ਸੋ ਆਪਾਂ ਰਲ ਮਿਲ ਕੇ ਸਾਰੀ ਸੰਗਤ ਨੇ ਪਰਮੇਸ਼ਰ ਦੀਆਂ, ਗੁਰੂ ਦੇ ਪਿਆਰਿਆਂ ਦੀਆਂ ਹਰ ਕੀਆਂ ਕਥਾ ਕਹਾਣੀਆਂ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਸਫਲਾ ਕਰਨਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਆਂ ਨੇ ਹਰ ਇੱਕ ਸਾਲ ਦੀ ਤਰ੍ਹਾਂ ਜਿੱਥੇ ਕਰਨੀ ਕਥਨੀ ਦੇ ਸੂਰੇ ਪੂਰੇ ਬਚਨ ਕੇ ਬਲੀ, ਸੰਤ ਬਾਬਾ ਵਿਰਸਾ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਮਨਾਉਣ ਵਾਸਤੇ ਅਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ 401 ਪੁਰਬ ਮਨਾਉਣ ਵਾਸਤੇ ਐਤਕੀ ਇਹ ਸਮਾਗਮ ਰੱਖਿਆ ਗਿਆ ਹੈ। ਜਿੱਥੇ ਪਰਮੇਸ਼ਰ ਦੀ ਵਡਿਆਈ ਹੁੰਦੀ ਹੈ, ਉੱਥੇ ਪਰਮੇਸ਼ਰ ਦੇ ਪਿਆਰਿਆਂ ਦੀ ਵੀ ਹੁੰਦੀ ਹੈ।
ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰੂ ਨੂੰ ਇਹ ਚੰਗਾ ਲੱਗਦਾ ਜੇ ਕੋਈ ਕਿਸੇ ਰੱਬ ਦੇ ਪਿਆਰੇ ਦੀ ਵਡਿਆਈ ਕਰਦਾ ਤਾਂ ਗੁਰੂ ਨੂੰ ਇਹ ਭਾਉਂਦੀ ਹੈ, ਗੱਲ ਚੰਗੀ ਲੱਗਦੀ ਹੈ। ਭਾਵੇਂ ਕਈਆਂ ਨੂੰ ਨਹੀਂ ਚੰਗੀ ਲੱਗਦੀ ਹੋਣੀ, ਸਾਰਿਆਂ ਨੂੰ ਤਾਂ ਚਾਨਣਾ ਵੀ ਨਹੀਂ ਚੰਗਾ ਲੱਗਦਾ, ਕਈ ਹਨੇਰੇ ਨੂੰ ਪਸੰਦ ਕਰਦੇ, ਕਿਉਂਕਿ ਉਹਨਾਂ ਦਾ ਕੰਮ ਹਨੇਰੇ ਚੱਲਦਾ ਹੈ। ਸਾਰੀ ਦੁਨੀਆ ਵੈਸੇ ਚਾਨਣਾ ਚਾਹੁੰਦੀ ਹੈ, ਕੁਛ ਕਹੇ ਜਿਹੇ ਹੈਗੇ ਨੇ ਜਿਹੜੇ ਹਨੇਰਾ ਚਾਹੁੰਦੇ ਹਨ। ਸੱਚੇ ਪਾਤਸ਼ਾਹ ਦਾ ਬਚਨ ਹੈ, ਜੋ ਹਰਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਜਿਹੜੀ ਕਿਸੇ ਰੱਬ ਦੇ ਪਿਆਰੇ ਦੀ ਸਿਫਤ ਵਡਿਆਈ ਕਰਦੇ ਆ, ਉਹ ਪਰਮੇਸ਼ਰ ਦੀ ਵਡਿਆਈ ਹੈ। ਆਪਣੀ ਵਡਿਆਈ ਭਾਮਦੀ ਜਨ ਕਾ ਜੈਕਾਰ ਕਰਾਈ। ਜਿਹੜੇ ਰੱਬ ਦੇ ਪਿਆਰੇ ਰੱਬ ਦੀ ਬੰਦਗੀ ਕਰਦੇ ਤੇ ਸਤਿਗੁਰੂ ਮਹਾਰਾਜ ਆਪ ਉਹਨਾਂ ਦੀ ਜੈ ਜੈਕਾਰ ਕਰਾਉਂਦਾ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ। ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਦਿਹਾੜੇ ਮਨਾਏ ਜਾਂਦੇ ਨੇ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਆਪਣਾ ਜੀਵਨ ਸਫਲ ਕਰ ਲੈਂਦੇ ਨੇ, ਪਵਿੱਤਰ ਕਰ ਲੈਂਦੇ ਨੇ। ਹੁਣ ਸਾਡੇ ਬਜ਼ੁਰਗਾਂ ਨੇ ਸਾਨੂੰ ਜੰਮਿਆ ਪਾਲਿਆ, ਵੱਡਿਆਂ ਕੀਤਾ, ਸ਼ਗਨ ਮਨਾਏ, ਘਰ ਬਣਾਏ, ਜ਼ਮੀਨ ਜਾਇਦਾਦਾਂ ਖਰੀਦੀਆਂ, ਸਾਡੇ ਨਾਂ ਲਵਾ ਦਿੱਤੀਆਂ, ਸਰੀਰ ਛੱਡ ਗਏ। ਅਸੀਂ ਤਾਂ 1 ਸਾਲ ਮਗਰੋਂ ਕਦੇ ਉਹਨਾਂ ਦਾ ਪਾਠ ਵੀ ਨਹੀਂ ਕਰਾਇਆ। ਕੋਈ ਵਿਰਲਾ ਗੁਰਮੁਖ ਹੋਣਾ ਜਿਹੜਾ ਬਜ਼ੁਰਗਾਂ ਨੂੰ ਯਾਦ ਕਰਦਾ ਹੋਣਾ ਹੈ, ਪਰ ਇਹ ਕਦੇ ਅਰਦਾਸ ਨਹੀਂ ਕਰਦੇ ਹੋਣੇ ਕਿ ਸਾਡੇ ਬਜ਼ੁਰਗ ਸਾਨੂੰ ਸੁਪਨੇ 'ਚ ਦਰਸ਼ਨ ਦੇ ਜਾ ਕਰ। ਵਿਸਾਖੀ ਨੂੰ ਜਾਂ ਦੀਵਾਲੀ ਨੂੰ 6 ਮਹੀਨਿਆਂ ਬਾਅਦ, ਸਾਲ ਮਗਰੋਂ ਕਿਤੇ ਸੁਪਨੇ 'ਚ ਆ ਕੇ ਮਿਲ ਜਾਇਆ ਕਰ। ਕੋਈ ਨਹੀਂ ਮਿਲਣਾ ਚਾਹੁੰਦਾ। ਤੇ ਜਿੱਦਣ ਸੁਪਨੇ 'ਚ ਦਰਸ਼ਨ ਹੋ ਗਏ, ਅੱਧਾ ਟੱਬਰ ਕਰਨਾਲ ਅੱਪੜ ਜਾਏਗਾ, ਉਹ ਤਾਂ ਇੱਥੇ ਹੀ ਫਿਰਦਾ ਜੀ। ਪਰ ਸਾਧ ਸੰਗਤ ਜੀ, ਸੰਤ ਬਾਬਾ ਵਿਰਸਾ ਸਿੰਘ ਜੀ ਮਹਾਰਾਜ ਦੇ ਦਰਸ਼ਨ ਤਾਂ ਅੱਜ ਵੀ ਲੋਚਦੇ ਆ ਵੀ ਸੁਪਨੇ 'ਚ ਹੀ ਹੋ ਜਾਣ। ਮਰਿਆਂ ਨੂੰ ਕੋਈ ਮਿਲਣਾ ਨਹੀਂ ਚਾਹੁੰਦਾ ਸਾਧ ਸੰਗਤ ਜੀ, ਪਰ ਜਿਉਂਦਿਆਂ ਨੂੰ ਸਾਰੇ ਮਿਲਣਾ ਚਾਹੁੰਦੇ ਆ। ਅਸੀਂ ਜਿਉਂਦੇ ਵੀ ਮਿਰਤਕ ਦੇਹ ਦੀ ਤਰ੍ਹਾਂ ਤੁਰੇ ਫਿਰਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਵਿੱਚ 5 ਗੁਣ ਨੇ, ਕਿਸੇ 'ਚ 5 ਗੁਣ ਨਹੀਂ ਹੁੰਦੇ। ਅਤ ਸੁੰਦਰ, ਸਰੀਰ ਦਾ ਅਤੀ ਸੁੰਦਰ ਹੋਣਾ, ਕੁਲੀਨ ਉੱਚੀ ਕੁਲ ਵਿੱਚ ਪੈਦਾ ਹੋਇਆ, ਗੱਲਾਂ ਬਾਤਾਂ ਵਿੱਚ ਚਲਾਕ, ਵਾਰੀ ਨਹੀਂ ਆਉਣ ਦਿੰਦਾ ਕਿਸੇ ਨੂੰ। ਸਰੀਰ ਬੜਾ ਸੁੰਦਰ ਹੈ, ਉੱਚੀ ਕੁਲ ਵਿੱਚ ਪੈਦਾ ਹੋਇਆ, ਚਤਰ ਚਲਾਕ ਬੜਾ ਹੈ ਤੇ ਮੁੱਖ ਗਿਆਨੀ ਹੈ। ਇੱਕ ਤਾਂ ਬ੍ਰਹਮ ਗਿਆਨੀ ਹੁੰਦੇ ਨੇ, ਆਤਮ ਗਿਆਨੀ ਹੁੰਦੇ ਨੇ। ਅਸੀਂ ਮੁੱਖ ਗਿਆਨੀ ਹਾਂ, ਪੜ੍ਹ ਲੀਆਂ ਕਿਤਾਬਾਂ, ਰੱਟੇ ਲਾ ਲਏ, ਅੱਗੇ ਸੁਣਾ ਦਿੱਤਾ ਹੈ। ਗਿਆਨ ਮੁੱਖ ਵਿੱਚ ਹੀ, ਅੰਦਰ ਗਿਆਨ ਨਹੀਂ ਹੈ। ਮੁੱਖ ਗਿਆਨੀ ਧਨਵੰਤ, ਅਮੀਰ ਬੜਾ ਹੈ, ਪੈਸੇ ਦਾ ਪਤਾ ਨਹੀਂ ਕਿੰਨਾ। ਇਹ 5 ਗੁਣ ਨੇ ਉਹਦੇ ਵਿੱਚ, ਪਰ ਉਹਦੀ ਪ੍ਰੀਤ ਸ਼ਬਦ ਨਾਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਮੁਰਦਾ ਹੈ, ਲੋਥ ਤੁਰੀ ਫਿਰਦੀ ਹੈ। ਅਤ ਸੁੰਦਰ, ਕੁਲੀਨ ਚਤਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਮਿਰਤਕ ਕਹੀਐ ਨਾਨਕਾ, ਮਿਰਤਕ ਕਹੀਐ ਨਾਨਕਾ,
ਨਹੀਂ ਭਗਵੰਤ ਮਿਰਤ ਕਈਐ, ਮਿਰਤ ਕਈਐ ਨਾਨਕਾ। ਜੇ ਪ੍ਰੀਤ ਨਹੀਂ ਭਗਵੰਤ ਮਿਰਤ ਕਈਐ, ਮਿਰਤਕ ਕਈਐ ਨਾਨਕਾ। ਅਤ ਸੁੰਦਰ ਕੁਲੀਨ ਚਾਤਰ ਮੁਖ ਗਿਆਨੀ ਧਨਵੰਤ, ਮਿਰਤਕ ਕਈਐ ਨਾਨਕਾ। ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਉਹ ਤਾਂ ਜਿਉਂਦੇ ਵੀ ਮਿਰਤਕਾਂ ਵਰਗੇ ਨੇ, ਮੁਰਦੇ ਨੇ, ਪਰ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ। ਮਹਾਰਾਜ ਕਹਿੰਦੇ ਉਹ ਜਿਉਂਦੇ ਨੇ ਜਿਨ੍ਹਾਂ ਦੇ ਮਨ 'ਚ ਵਸਿਆ ਵਾਹਿਗੁਰੂ। ਨਾਨਕ ਅਵਰ ਨਾ ਜੀਵੈ ਕੋਏ। ਮਹਾਰਾਜ ਕਹਿੰਦੇ ਉਹ ਜਿਉਂਦੇ ਨਹੀਂ ਜਿਨ੍ਹਾਂ ਨੇ ਰੱਬ ਦਾ ਨਾਮ ਨਹੀਂ ਜਪਿਆ, ਉਹਨਾਂ ਦੇ ਮਨ 'ਚ ਨਹੀਂ ਵਸਿਆ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਅੱਜ ਵੀ ਅਰਦਾਸਾਂ ਕਰਦੇ ਵੀ ਸੁਪਨੇ 'ਚ ਹੀ ਦਰਸ਼ਨ ਹੋ ਜਾਣ ਉਹਨਾਂ ਦੇ, ਕਿਉਂਕਿ ਸਦਾ ਜੀਵਤ ਭਾਵ ਵਿੱਚ ਚਲੇ ਜਾਣ, ਜਿਹਨੂੰ ਅਮਰ ਅਵਸਥਾ ਕਹਿੰਦੇ ਨੇ। ਜਿੱਥੇ ਜੰਮਣਾ ਮਰਨਾ ਮੁੱਕ ਗਿਆ, ਅਮਰ ਅਵਸਥਾ। ਅੱਜ ਵੀ ਆਪਾਂ ਦਰਸ਼ਨ ਸਤਿਪੁਰਸ਼ਾਂ ਦੇ ਚਾਹੁੰਦੇ ਹਾਂ ਕਿ ਸਾਨੂੰ ਸੁਪਨ ਦਰਸ਼ਨ ਹੀ ਹੋ ਜਾਣ, ਕਿਉਂਕਿ ਸਤਿਗੁਰੂ ਮਹਾਰਾਜ ਬਾਣੀ 'ਚ ਕਹਿੰਦੇ ਨੇ ਸਾਖਤ ਮਰੈ ਸੰਤ ਸਭ ਜੀਵੈ। ਸੰਤ ਮਰਦੇ ਨਹੀਂ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਉਹ ਕਦੇ ਮਰਦਾ ਨਹੀਂ ਹੈ। ਅਸੀਂ ਤਾਂ ਹੀ ਯਾਦਾਂ ਮਨਾ ਰਹੇ ਹਾਂ ਕਿ ਉਹਨਾਂ ਦੀ ਯਾਦ ਵਿੱਚ ਵੀ ਸਾਨੂੰ ਅੱਜ ਪਰਮੇਸ਼ਰ ਯਾਦ ਆਉਂਦਾ ਹੈ। ਜਿਹੜਾ ਕੰਮ ਉਹਨਾਂ ਨੇ ਸਰੀਰ ਦੇ ਹੁੰਦਿਆਂ ਕੀਤਾ ਹੈ, ਸਰੀਰ ਤੋਂ ਬਾਅਦ ਵੀ ਉਹੀ ਕੰਮ ਹੋ ਰਿਹਾ। ਉਹ ਜਿਉਂਦਿਆਂ ਆਪਾਂ ਨੂੰ ਗੁਰੂ ਨਾਲ ਜੋੜਦੇ ਰਹੇ ਨੇ। ਅੱਜ ਸਰੀਰ ਕਰਕੇ ਨਹੀਂ ਤੇ ਉਹਨਾਂ ਦੀ ਯਾਦ ਸਾਨੂੰ ਗੁਰੂ ਨਾਲ ਜੋੜੀ ਬੈਠੀ ਹੈ। ਕਾਰਨ ਬਣਾਇਆ ਗਿਆ ਮਹਾਂਪੁਰਸ਼ਾਂ ਦੀ ਬਰਸੀ। ਬਾਣੀ ਦੇ ਜਾਪ ਹੋਏ ਨੇ, ਬਾਣੀ ਦਾ ਕੀਰਤਨ ਹੋ ਰਿਹਾ ਹੈ, ਬਾਣੀ ਦੀ ਕਥਾ ਹੋ ਰਹੀ ਹੈ, ਇਤਿਹਾਸ ਦੀ ਵਿਚਾਰ ਹੋ ਰਹੀ ਹੈ। ਜਿਹੜਾ ਕੰਮ ਉਹਨਾਂ ਨੇ ਸਰੀਰ ਦੇ ਹੁੰਦਿਆਂ ਕੀਤੇ ਅੱਜ ਵੀ ਇਹੀ ਹੋ ਰਿਹਾ ਤੇ ਹੁੰਦਾ ਰਹੇਗਾ ਜਿੰਨਾ ਚਿਰ ਸੰਸਾਰ ਰਹੇਗਾ। ਉਹਨਾਂ ਦਾ ਜੀਵਨ ਜਗਿਆਸੂਆਂ ਵਾਸਤੇ ਮੀਲ ਪੱਥਰ ਦਾ ਕੰਮ ਕਰਦਾ ਹੈ, ਸਤਿਪੁਰਸ਼ਾਂ ਦਾ, ਗੁਰੂਆਂ ਦਾ। ਚਾਹੁੰਦੇ ਸਾਰੇ ਨੇ ਵੀ ਲੋਕ ਸਾਡੀਆਂ ਯਾਦਾਂ ਮਨਾਉਣ, ਸਾਡੇ ਮੇਲੇ ਲੱਗਣ। ਕੌਣ ਨਹੀਂ ਚਾਹੁੰਦਾ ਸਾਧ? ਭਾਈ ਗੁਰਦਾਸ ਜੀ ਦੀ ਵਾਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਦੇ ਘਰ ਗਿਆ ਕੋਈ, ਤੇ ਉਹਨਾਂ ਨੇ ਤਿਲਾਂ ਦਾ ਤੇਲ ਪਾ ਕੇ ਦੀਵੇ ਦੇ ਵਿੱਚ ਦੀਵਾ ਜਗਾਇਆ ਹੋਇਆ। ਸਾਡੇ ਬਜ਼ੁਰਗ ਤਿਲਾਂ ਦੇ ਤੇਲ ਨੂੰ ਮਿੱਠਾ ਤੇਲ ਕਹਿੰਦੇ। ਭਾਵੇਂ ਆਪਾਂ ਨੂੰ ਅਨਪੜ੍ਹ ਕਹਿੰਦੇ ਸੀ, ਅਨਪੜ੍ਹ ਹੈ ਨਹੀਂ ਸੀ, ਭਾਵੇਂ ਸਾਰੇ ਨਹੀਂ ਸੀ, ਪੜ੍ਹੇ ਹੋਏ ਵੀ ਬਹੁਤ ਸੀ ਵਿੱਚ। ਉਹਨਾਂ ਦੀ ਹਰ ਗੱਲ ਦੇ ਵਿੱਚ ਕੋਈ ਅਸਰ ਹੈ। ਉਹ ਤਿਲਾਂ ਦੇ ਤੇਲ ਨੂੰ ਮਿੱਠਾ ਤੇਲ ਕਹਿੰਦੇ ਸੀ, ਤੇ ਮਿੱਠਾ ਹੁੰਦਾ ਪਿਆਰਾ। ਆਪਾਂ ਕਹਿੰਦੇ ਪੁੱਤਰ ਮਿੱਠੇ ਮੇਵੇ, ਭਾਵ ਕੋ ਪਿਆਰੇ ਹੁੰਦੇ ਆ। ਤੇ ਤਿਲਾਂ ਦਾ ਤੇਲ ਮਿੱਠਾ ਤਾਂ ਕਹਿੰਦੇ ਸੀ, ਉਹ ਇੰਨਾ ਗੁਣਕਾਰੀ ਹੈ। ਅੱਜ ਸਰਚ ਕਰਕੇ ਲੋਕਾਂ ਨੂੰ ਪਤਾ ਲੱਗਿਆ ਸਾਡੇ ਦਾਦੇ ਪੜਦਾਦੇ ਨੇ ਨਾਂ ਮਿੱਠਾ ਤੇਲ ਰੱਖਤਾ ਸੀ, ਬੜਾ ਫਾਇਦੇ ਵਾਲਾ।
ਤੇ ਉਹਦੇ ਵਿੱਚੋਂ ਸੁਗੰਧੀ ਵੀ ਆਉਂਦੀ ਤਿਲਾਂ ਦੇ ਤੇਲ ਵਿੱਚੋਂ। ਦੀਵਾ ਜਗ ਰਿਹਾ ਸੀ, ਸੁਗੰਧੀ ਵੀ ਆ ਰਹੀ ਸੀ। ਤੇ ਕਹਿੰਦਾ ਵੀ ਬੜਾ ਪ੍ਰਕਾਸ਼ ਹੈ ਘਰ ਵਿੱਚ, ਮਹਿਕ ਵੀ ਆ ਰਹੀ ਹੈ। ਉਹ ਦੀਵਾ ਕਹਿੰਦਾ ਭਰਾਵਾ ਤੈਨੂੰ ਤਾਂ ਪ੍ਰਕਾਸ਼ ਚੰਗਾ ਲੱਗਦਾ ਹੈ ਤੇ ਸੁਗੰਧੀ ਸੋਹਣੀ ਲੱਗਦੀ ਹੈ ਤੈਨੂੰ, ਪਰ ਮੈਨੂੰ ਤਾਂ ਪੁੱਛੇ ਪ੍ਰਕਾਸ਼ ਹੋਇਆ ਕਿਵੇਂ? ਇਹ ਮੇਲੇ ਲੱਗਦੇ ਕਿਉਂ ਨੇ? ਇੱਥੇ ਬੜੇ ਅਰਬਾਂ ਖਰਬਾਂ ਪਤੀ ਹੋਏ ਨੇ ਇਲਾਕੇ 'ਚ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਬ। ਹੁੰਦੇ ਸੀ ਚਲੇ ਗਏ, ਮੁੱਕਿਆ ਕੰਮ ਪਰਾਂ। ਕਿਉਂ ਲੱਗਦੇ ਆ ਮਹਾਂਪੁਰਸ਼ਾਂ ਦੇ ਜੋੜ ਮੇਲੇ, ਗੁਰੂਆਂ ਦੇ ਗੁਰਪੁਰਬ? ਉਹ ਦੀਵਾ ਕਹਿੰਦਾ ਤੈਨੂੰ ਪ੍ਰਕਾਸ਼ ਚੰਗਾ ਲੱਗਦਾ ਤੇ ਮਹਿਕ ਆਉਂਦੀ ਹੈ, ਮੈਨੂੰ ਪੁੱਛੇ ਪ੍ਰਕਾਸ਼ ਹੋਇਆ ਕਿਵੇਂ? ਪਹਿਲਾਂ ਮੈਨੂੰ ਜ਼ਿਮੀਂਦਾਰ ਨੇ ਬਰਾਨ ਪੈਲੀ 'ਚ ਬੀਜਿਆ ਜਿੱਥੇ ਪਾਣੀ ਨਹੀਂ ਸੀ ਲੱਗਦਾ, ਤੇ ਤਿਲ ਬਰਾਨੀ ਹੁੰਦੇ ਆ ਨਾ। ਤੇ ਜਦੋਂ ਤਿਲ ਪੱਕ ਗਏ, ਉਹਨਾਂ ਦੇ ਵਿੱਚ ਇੱਕ ਬੂਟਾ ਹੁੰਦਾ ਹੈ, ਉਹਨੂੰ ਆਸਾ ਦੀ ਵਾਰ ਵਿੱਚ ਬੁਆੜ ਲਿਖਿਆ, ਬੁਆੜ। ਤਿਲਾਂ ਦੀਆਂ ਡੋਡੀਆਂ ਉਤਾਂ ਨੂੰ ਹੁੰਦੀਆਂ ਨੇ, ਉਹ ਵੱਧਦਾ ਵੀ ਓਨਾ ਹੈ, ਫੁੱਲਦਾ ਵੀ ਓਨਾ ਹੈ, ਡੋਡੀਆਂ ਵੀ ਲੱਗ ਜਾਂਦੀਆਂ, ਪਰ ਉਹਦੇ 'ਚ ਤਿਲ ਨਹੀਂ ਪੈਂਦੇ। ਸਵਾਹ ਕਾਲੀ ਜੀ ਸਵਾਹ ਹੁੰਦੀ ਉਹਨਾਂ ਤਿਲਾਂ ਡੋਡੀਆਂ 'ਚ। ਤੇ ਜ਼ਿਮੀਂਦਾਰ ਤਿਲ ਵੱਢਦਾ ਵੱਢਦਾ ਜਦੋਂ ਦੇਖਿਆ ਵੀ ਇਹ ਬੱਪੜਾ ਵਧਿਆ ਤਾਂ ਓਨਾ ਹੀ ਹੈ, ਫੁੱਲਿਆ ਵੀ ਓਨਾ ਹੀ ਹੈ, ਪਰ ਇਹਦੇ 'ਚ ਤਿਲ ਨਹੀਂ ਪਏ, ਕਾਲਖ ਹੈ ਸਵਾਹ। ਉਹ ਜ਼ਿਮੀਂਦਾਰ ਨੇ ਵੱਡੇ ਨੇ ਖੇਤ 'ਚ ਖੜਾ ਹੀ ਛੱਡ ਦਿੱਤਾ। ਹੁਣ ਹਰ ਇੱਕ ਪ੍ਰਮਾਣ ਦੇ ਕੇ ਸਾਡੇ ਤੇ ਘਟਾਇਆ ਹੈ। ਸਾਖਤ ਵੀ ਓਨਾ ਵੱਧਦਾ ਫੁੱਲਦਾ ਹੈ, ਖਾਂਦਾ ਪੀਂਦਾ ਚੰਗਾ ਪਾਉਂਦਾ ਹੈ, ਤੇ ਗੁਰਮੁਖ ਵੀ ਛਕਦਾ ਹੈ, ਗੁਰਮੁਖ ਵੀ ਵਸਤਰ ਪਾਉਂਦਾ ਹੈ। ਪਰ ਬਾਣੀ ਕਹਿੰਦੀ ਹੈ ਸੋਹਣੇ ਉਹਨਾਂ ਨੂੰ ਲੱਗਦੇ ਨੇ ਜਿਹੜੇ ਬੰਦਗੀ ਕਰਦੇ ਨੇ, ਜਿਹੜੇ ਨਹੀਂ ਕਰਦੇ ਉਹ ਤਾਂ ਮੁਰਦਿਆਂ ਉੱਤੇ ਹਾਰ ਸ਼ਿੰਗਾਰ ਲਾਉਂਦੇ ਆ। ਸਾਧ ਸੰਗਤ ਜੀ, ਸਾਖਤ ਜ਼ਿਆਦੇ ਵੱਧਦੇ ਫੁੱਲਦੇ ਨੇ, ਗੁਰਮੁਖ ਤਾਂ ਗੁਰੂ ਦੀ ਵਿਚਾਰ ਦੇ ਮੁਤਾਬਕ ਆਪਣਾ ਸੰਕੋਚ ਕੇ ਜੀਵਨ ਰੱਖਦੇ ਆ। ਜਿੰਨੀ ਚੱਲਣ ਸਹੀ ਜਾਣਿਆ, ਜਿਨ੍ਹਾਂ ਨੂੰ ਸਮਝਿਆ ਆ ਗਈ ਹੱਥ ਝਾੜ ਕੇ ਦੁਨੀਆ ਤੋਂ ਤੁਰ ਜਾਣਾ ਜਿਵੇਂ ਦੇ ਆਏ ਸੀ। ਸੇ ਕਿਉਂ ਕਰੇ ਵਿਥਾਰ, ਉਹ ਪਸਾਰਾ ਨਹੀਂ ਰਚਦੇ ਸਾਧ ਸੰਗਤ ਜੀ, ਉਹ ਡੰਬਰ ਨਹੀਂ ਰਚਦੇ ਬਹੁਤ। ਉਹ ਬੱਪੜੇ ਸਾਖਤ ਬੰਦੇ ਜ਼ਿਆਦਾ ਵੱਧਦੇ ਫੁੱਲਦੇ ਆ, ਪਸਾਰਾ ਜ਼ਿਆਦਾ ਰਚਦੇ। ਤੇ ਆਪਾਂ ਕਹਿੰਦੇ ਉਹਦੀ ਬੜੀ ਚੜ੍ਹਦੀ ਕਲਾ ਹੋ ਗਈ, ਘਾਟਾ ਹੀ ਕੋਈ ਨਹੀਂ ਉਹਦੇ ਕੋਲ। ਸਤਿਗੁਰ ਮਹਾਰਾਜ ਕਹਿੰਦੇ ਉਹ ਤਾਂ ਘਾਟੇ ਵਾਲਾ ਹਰ ਕੰਮ ਕਰ ਰਿਹਾ ਹੈ। ਜਿਹੜਾ ਸਭ ਕੁਝ ਹੱਥ ਝਾੜ ਕੇ ਛੱਡ ਕੇ ਦੁਨੀਆ ਤੇ ਤੁਰ ਜਾਣਾ, ਉਹਨੂੰ ਇਕੱਠਾ ਕਰਨ ਲੱਗਿਆ ਪਿਆ। ਤੇ ਜਿਹੜਾ ਨਾਲ ਜਾਣ ਵਾਲਾ ਉਹਨੂੰ ਵੰਝ ਹੈ। ਸੱਚੇ ਪਾਤਸ਼ਾਹ ਆਸਾ ਦੀ ਵਾਰ ਦੇ ਵਿੱਚ ਪਹਿਲੇ ਸ਼ਲੋਕ 'ਚ ਇਹ ਪ੍ਰਮਾਣ ਦਿੱਤਾ ਹੈ ਕਿ ਉਹ ਕਿਸਾਨ ਨੇ ਵੱਢਿਆ ਨਹੀਂ, ਖੜਾ ਹੀ ਰਹਿ ਗਿਆ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੋ ਚੇਤ। ਛੁੱਟੈ ਤਿਲ ਬੁਆੜ ਜਿਉ ਸੁਣੈ ਅੰਦਰ ਖੇਤ। ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸਹੁ ਨਾਹਾ। ਐਵੇਂ ਜਿਹੋ ਜਿਹਾ ਹੋਇਆ, ਜਿਹੋ ਜਿਹਾ ਨਾ ਹੋਇਆ, ਕਿਸੇ ਕੰਮ ਨਹੀਂ ਆਇਆ। ਤੋ ਦੀਵਾ ਕਹਿੰਦਾ ਮੈਨੂੰ ਕਿਸਾਨ ਨੇ ਪਹਿਲਾਂ ਬਰਾਨ ਧਰਤੀ 'ਚ ਬੀਜਿਆ, ਤੇ 4 ਕਣੀਆਂ ਪੈ ਗਈਆਂ, ਕਦੇ ਵੇਲੇ ਕਵੇਲੇ ਤੇ ਪਲ ਗਿਆ। ਫਿਰ ਮੈਨੂੰ ਜ਼ਿਮੀਂਦਾਰ ਨੇ ਵੱਢ ਕੇ ਡੰਡੇ ਮਾਰ ਮਾਰ ਕੇ ਝਾੜਿਆ, ਕਿਉਂਕਿ ਤਿਲ ਗਾਏ ਨਹੀਂ ਜਾਂਦੇ, ਕੱਢੇ ਝਾੜੇ ਜਾਂਦੇ। ਤੇ ਮੈਨੂੰ ਮਾਰ ਮਾਰ ਕੇ ਡੰਡੇ ਕਿਸਾਨ ਨੇ ਝਾੜਿਆ, ਵਿੱਚੋਂ ਪੁੱਠੇ ਕਰਕੇ ਥੱਲੇ ਨੂੰ ਮੂੰਹ ਕਰਕੇ ਉਹ ਡੋਡੀਆਂ ਦਾ ਤਿਲ ਕੱਢ ਕੇ ਫਿਰ ਮੈਨੂੰ ਸੁਕਾਇਆ। ਸੁਕਾ ਕੇ ਫਿਰ ਮੈਨੂੰ ਕੋਹਲੂ 'ਚ ਪੀੜਿਆ ਤਿਲਾਂ ਨੂੰ। ਤੇਲ ਕੱਢ ਕੇ ਫਿਰ ਮੈਨੂੰ ਪਾਇਆ ਦੀਵੇ 'ਚ, ਤੇ ਕਹਿੰਦਾ ਹੁਣ ਮੈਂ ਬੱਤੀ ਦੇ ਵਿੱਚ ਸੜ ਰਿਹਾ ਤਾਂ ਦੂਜਿਆਂ ਨੂੰ ਪ੍ਰਕਾਸ਼ ਕਰ ਰਿਹਾ। ਕਿੱਥੋਂ ਚੱਲਿਆ?
ਸਾਧ ਸੰਗਤ ਜੀ ਪਤਾ ਨਹੀਂ ਕਿੰਨਾ ਕਿ ਜਪ ਤਪ ਤਿਆਗ ਘਰਾਂ ਵਾਸਤੇ ਸਾਰੀ ਦੁਨੀਆ ਕਰਦੀ ਫਿਰਦੀ ਹੈ। ਉਹ ਸਭ ਕੁਝ ਪਰ ਉਪਕਾਰ ਦੂਜਿਆਂ ਵਾਸਤੇ ਕਰਦੇ ਆ। ਆਪਣੇ ਉੱਤੇ ਦੁੱਖ ਸੁੱਖ ਝੱਲਦੇ ਨੇ, ਜਾਪ ਕਰਨਾ, ਬੰਦਗੀ ਕਰਨੀ, ਤਿਆਗ ਕਰਨਾ, ਵਿਰਾਗ ਕਰਨਾ, ਸੇਵਾ ਕਰਨੀ, ਆਪਣੇ ਸਰੀਰ ਤੇ ਦੁੱਖ ਸੁੱਖ ਝੱਲਦੇ ਆ। ਫਿਰ ਉਹਨਾਂ ਦਾ ਜੀਵਨ ਦੂਜਿਆਂ ਵਾਸਤੇ ਮਾਰਗਦਰਸ਼ੀ ਬਣਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕਹਿ। ਹੁਣ ਸੌਖਾ ਥੋੜਾ ਕੱਢਿਆ ਨੂੰ ਪੀੜ ਪੀੜ ਕੇ ਕੋਲੂ 'ਚ ਫੇਰ ਤੇਲ ਕੱਢਿਆ। ਤਾਂ ਤੇ ਜਰਾਏ ਦੀਪਕ ਹੋਏ ਉਜਿਆਰੋ ਜੀ। ਫੇਰ ਬੱਤੀ ਜਗੀ ਸੜ ਰਹੀ ਹੈ ਆਪ ਅੱਗ ਦੇ ਨਾਲ ਤੇ ਦੂਜਿਆਂ ਨੂੰ ਪ੍ਰਕਾਸ਼ ਕਰ ਰਹੀ ਹੈ। ਤੇ ਦੂਜਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਹੈ, ਗੁਰੂ ਘਰ ਵਿੱਚ ਆਏ ਗੁਰਮੁਖ ਸੰਗਤ ਆਈ ਤੇ ਢਾਡੀ ਸਿੰਘ ਲੱਗੇ ਹੋਏ, ਗੱਜ ਫੇਰਦਾ ਸਰੰਗੀ ਦੇ ਉੱਤੇ। ਉਸ ਤਰ੍ਹਾਂ ਦੇ ਤਰਾਨੇ ਨਿਕਲਦੇ ਨੇ ਜਿਹੋ ਜੀ ਵਾਰ ਗਾ ਰਿਹਾ ਢਾਡੀ ਸਿੰਘ, ਤੇ ਸੰਗਤ ਝੂਮਦੀ ਹੈ, ਬਈ ਬੜਾ ਉਸਤਾਦ ਹੈ। ਉਸ ਤਰ੍ਹਾਂ ਹੀ ਆਵਾਜ਼ ਆ ਰਹੀ ਸਰੰਗੀ ਦੇ ਵਿੱਚੋਂ ਜਿਹੜੀ ਵਾਰ ਗਾ ਰਿਹਾ, ਕਿਉਂਕਿ ਧੁਨੀਆਂ ਲਹਿਦਾ ਲਹਿਦਾ ਨਾ ਵਾਰਾਂ ਦੀਆਂ। ਜਿਹੜੇ ਕਹਿੰਦੇ ਨੇ ਬਾਣੀ 'ਚ ਸ਼ਾਂਤੀ ਦਾ ਹੀ ਉਪਦੇਸ਼ ਹੈ। ਸੋ ਸਾਧ ਸੰਗਤ ਜੀ ਸ਼ਾਂਤੀ ਦੇ ਵਿੱਚੋਂ ਹੀ ਬੀਰ ਰਸ ਪੈਦਾ ਹੁੰਦਾ ਹੈ। ਜੇ ਬੀਰ ਰਸ ਕਾਇਮ ਰੱਖਣਾ ਤਾਂ ਤੁਹਾਨੂੰ ਸ਼ਾਂਤੀ ਰੱਖਣੀ ਪਏਗੀ। ਜੇ ਸ਼ਾਂਤੀ ਕਾਇਮ ਰੱਖਣੀ ਤਾਂ ਬੀਰ ਰਸ ਧਾਰਨ ਕਰਨਾ ਪਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 22 ਵਾਰਾਂ ਦਰਜ ਨੇ ਤੇ ਵਾਰਾਂ ਬੀਰ ਰਸ ਵਿੱਚ ਗਾਈਆਂ ਜਾਂਦੀਆਂ। ਢਾਡੀ ਸਿੰਘ ਗਾਉਂਦੇ ਆ ਤੇ ਹਰ ਇੱਕ ਵਾਰ ਦੀ ਜਿਹੜੀ ਧੁਨੀ ਨਾਲ ਲਿਖੀ ਹੋਈ ਹੈ। ਹੁਣ ਆਪਾਂ ਆਸਾ ਦੀ ਵਾਰ ਉਹ ਸੁਣਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਇਹ ਕਿਹੜੀ ਧੁਨੀ ਚ ਗਾਉਣੀ ਹੈ? ਟੁੰਡੇ ਅਸ ਰਾਜਾ ਕੀ ਧੁਨੀ। ਇੱਕ ਬਾਂਹ ਵੱਡੀ ਸੀ, ਬੜਾ ਸੂਰਮਾ ਹੋਇਆ ਰਾਜਾ, ਤੇ ਉਹਦੀਆਂ ਵਾਰਾਂ ਲਿਖੀਆਂ ਗਈਆਂ। ਸਤਿਗੁਰ ਮਹਾਰਾਜ ਕਹਿੰਦੇ ਟੁੰਡੇ ਅਸ ਰਾਜਾ ਕੀ ਧੁਨੀ ਤੇ ਵਾਰ ਗਾਈ ਜਾਣੀ ਹੈ। ਲੱਲਾ ਬਹਿਲੀਮਾ ਕੀ ਧੁਨੀ, ਇਹ ਸਾਰੀਆਂ ਧੁਨੀਆਂ ਨਾਲ ਲਿਖੀਆਂ ਜਿੰਨੀਆਂ ਵਾਰਾਂ ਨੇ। ਇਹ ਵੀ ਬਾਣੀ 'ਚ ਬਚਨ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ। ਬੀਰ ਰਸ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ, ਹੋ ਸਭਨ ਕੀ ਰੇਨ ਕਾ ਤਉ ਆਓ ਹਮਾਰਾ ਪਾਸ। ਭਾਈ ਗੁਰਦਾਸ ਜੀ ਕਹਿੰਦੇ ਸਰੋਤੇ ਝੂਮ ਰਹੇ ਸੀ ਤੇ ਜਦੋਂ ਗੱਜ ਫੇਰਦਾ ਸੀ ਢਾਡੀ ਸਿੰਘ, ਛੇਵੇਂ ਪਾਤਸ਼ਾਹ ਤੋਂ ਗੁਰੂ ਘਰ 'ਚ ਢਾਡੀ ਵਾਰਾਂ ਗਾਇਨ ਸ਼ੁਰੂ ਕੀਤੀਆਂ। ਨੱਥਾ ਤੇ ਅਬਦੁੱਲਾ ਦੋ ਢਾਡੀ ਸਿੱਖ ਆਏ। ਭਾਈ ਬਿਧੀ ਚੰਦ ਜੀ ਦੇ ਨਗਰ ਤੋਂ, ਸੁਰ ਸਿੰਘ ਤੋਂ ਭਾਈ ਬਿਧੀ ਚੰਦ ਜੀ ਨੂੰ ਭੇਜਿਆ, ਜਾਓ ਆਪਣੇ ਨਗਰ ਤੋਂ ਢਾਡੀ ਸਿੱਖ ਲੈ ਕੇ ਆਓ। ਜਿਹੜੇ ਪਿੰਡ ਦੇ 52 ਸਿੱਖ ਛੇਵੇਂ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਸੀ, ਇੱਕ ਨਗਰ ਦੇ 52 ਸਿੱਖ। ਤੇ ਲੈਂਦੇ ਕੀ ਸੀ? 6 ਮਹੀਨਿਆਂ ਬਾਅਦ ਇੱਕ ਬਾਣਾ, ਦਮਾਲਾ, ਚੋਲਾ, 2 ਕਸ਼ਹਿਰੇ ਤੇ ਇੱਕ ਸਰੂਪਾ ਤੇ 2 ਟਾਈਮ ਦਾ ਪ੍ਰਸ਼ਾਦਾ। ਚਾਹ ਸੀ ਕਿ ਜਨਮ ਸਫਲਾ ਕਰਨਾ ਗੁਰੂ ਚਰਨਾਂ ਦੇ ਵਿੱਚ। 52 ਸਿੱਖ ਭਾਈ ਬਿਧੀ ਚੰਦ ਜੀ ਲੈ ਕੇ ਆਏ ਆਪਣੇ ਨਗਰ ਤੋਂ। ਨੱਥਾ ਤੇ ਅਬਦੁੱਲਾ ਜਿਨ੍ਹਾਂ ਨੇ ਪਹਿਲੀ ਵਾਰ ਸ੍ਰੀ ਅਕਾਲ ਤਖਤ ਉੱਤੇ ਪੜ੍ਹੀ, 2 ਤਲਵਾਰੀਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਾ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ। ਸੋ ਗੁਰੂ ਘਰ ਦੇ ਵਿੱਚ ਢਾਡੀ ਵਾਰਾਂ ਕਵੀਸ਼ਰ ਸਿੰਘ, ਢਾਡੀ ਸਿੰਘ ਕੀਰਤਨੀ, ਕਥਾਵਾਚਕ, ਪ੍ਰਚਾਰਕ, ਇਹ ਸਤਿਕਾਰਯੋਗ ਨੇ। ਪਰ ਅੱਜ ਸਾਧ ਸੰਗਤ ਜੀ
ਇਹਨਾਂ ਦਾ ਸਤਿਕਾਰ ਘਟਦਾ ਜਾ ਰਿਹਾ ਹੈ। ਕਿੰਨੀ ਭੇਟਾ ਲੈਣੀ ਜੇ, ਕੀ ਲਾਉਂਗੇ? ਤੇ ਜੇ ਕਿਸੇ ਕਾਕੇ ਦੇ ਵਿਆਹ ਤੇ ਗਾਉਣ ਵਾਲਾ ਸੱਦਣਾ ਹੋਵੇ ਤਾਂ 2 ਘੰਟਿਆਂ ਦਾ 2.5 ਲੱਖ ਰੁਪਈਆ। ਤੇ ਸੁਣਾਇਆ ਕਿ ਸਾਡੀਆਂ ਧੀਆਂ ਭੈਣਾਂ ਦੀਆਂ ਗੱਲਾਂ ਸੁਣਾ ਗਿਆ ਤੇ ਸਰਦਾਰਾਂ ਨੇ ਉੱਤੋਂ ਦੇ ਨੋਟ ਸਿੱਟ ਦਿੱਤੇ। ਅੱਜ ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਇੱਕ ਕਵੀ ਕਵਿਤਾ ਪੜ੍ਹਦਾ ਹੈ ਤਾਂ ਉਹਨੂੰ 1 ਲੱਖ ਮੋਹਰ ਸੋਨੇ ਦੀ ਮਹਾਰਾਜ ਇਨਾਮ ਦਿੰਦੇ ਆ। ਇੰਨਾ ਸਤਿਕਾਰ ਕੀਤਾ ਗਿਆ। ਇਹ ਗੁਰੂ ਘਰ ਦੇ ਵੀ ਸਤਿਕਾਰਯੋਗ ਨੇ ਕਵੀਸ਼ਰ, ਉਹ ਆਪ ਕਵਿਤਾ ਲਿਖ ਕੇ ਪੜ੍ਹਦੇ ਨੇ। ਢਾਡੀ ਸਿੰਘ ਆਪ ਵਾਰਾਂ ਲਿਖਦੇ ਨੇ ਤੇ ਗਾਉਂਦੇ ਨੇ। ਗੁਰੂ ਘਰ ਵੀ ਸਨਮਾਨ ਹੈ ਉਹਨਾਂ ਦਾ। ਕਥਾਵਾਚਕ ਗ੍ਰੰਥ ਪੜ੍ਹ ਕੇ ਵਿਚਾਰ ਗੁਰਬਾਣੀ ਦੀ ਗ੍ਰੰਥਾਂ ਦੀ ਸੰਗਤਾਂ ਨੂੰ ਸਰਵਣ ਕਰਾਉਂਦੇ ਵੱਡੇ ਅਮੋਲਕ ਸਤਿਕਾਰਯੋਗ ਨੇ ਕੀਰਤਨੀਏ ਗੁਰੂ ਘਰ ਦੇ। ਸੋ ਸਾਧ ਸੰਗਤ ਜੀ, ਢਾਡੀ ਸਿੰਘ ਨੇ ਜਦੋਂ ਸਰੰਗੀ ਤੇ ਗੱਜ ਫੇਰਿਆ, ਸਰੋਤੇ ਝੂਮਦੇ ਆ ਤੇ ਉਹ ਸਰੰਗੀ ਕਹਿੰਦੀ ਵੀ ਤੁਹਾਨੂੰ ਤਾਂ ਤਰਾਨੇ ਚੰਗੇ ਲੱਗਦੇ ਆ ਜਿਹੜੇ ਸਰੰਗੀ ਤੋਂ ਨਿਕਲ ਰਹੇ ਨੇ, ਪਰ ਮੈਨੂੰ ਪੁੱਛੋ ਇਹ ਤਰਾਨੇ ਨਿਕਲੇ ਕਿਵੇਂ? ਬੱਕਰੀ ਦਾ ਗਲ ਵੱਢਿਆ, ਗਲ ਵੱਢ ਕੇ ਉਹਨੂੰ ਟੁਕੜੇ ਟੁਕੜੇ ਕੀਤਾ, ਉਹਦੀਆਂ ਨਾੜਾਂ ਕੱਢੀਆਂ, ਨਾੜਾਂ ਸਾਫ਼ ਕਰਕੇ ਸੁਕਾਈਆਂ, ਸੁਕਾ ਕੇ ਲਾਈਆਂ ਸਰੰਗੀ ਤੇ ਫਿਰ ਗੱਜ ਫੇਰਿਆ, ਫਿਰ ਤਰਾਨੇ ਨਿਕਲਣ ਲੱਗੇ ਨੇ। ਸਾਧ ਸੰਗਤ ਜੀ, ਸੌਖਾ ਨਹੀਂ ਕੰਮ। ਆਪਾਂ ਤਾਂ ਹੁਣ ਜੋੜ ਮੇਲੇ ਦੇਖ ਰਹੇ ਨਾ, ਹਰੇਕ ਸਾਲ ਕਿੱਡੇ ਕਿੱਡੇ ਇਕੱਠ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਇਹਦੇ ਪਿੱਛੇ ਕੋਈ ਕਾਰਨ ਹੈ। ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ, ਅਜਾ ਬੱਕਰੀ ਨੂੰ ਕਹਿੰਦੇ ਨੇ। ਤਾਂ ਕੀ ਤਾਂ ਤਵਾਜੈ ਰਾਗ ਰਾਗਣੀ ਸੋ ਪਿਆਰੋ ਜੀ। ਕਹਿੰਦੇ ਐਵੇਂ ਤਰਾਨੇ ਨਹੀਂ ਨਿਕਲਦੇ, ਟੁਕੜੇ ਟੁਕੜੇ ਹੋਣਾ ਪੈਂਦਾ ਬੱਕਰੀ ਨੂੰ। ਸੋ ਸਾਧ ਸੰਗਤ ਜੀ, ਤੀਜਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਰ ਇੱਕ ਬੰਦਾ ਸਵੇਰੇ ਉੱਠ ਕੇ ਆਪਣਾ ਚਿਹਰਾ ਸ਼ੀਸ਼ੇ 'ਚ ਦੇਖਦਾ ਹੈ। ਭੁਲੇਖਾ ਪੈਂਦਾ ਵੀ ਜਿਵੇਂ ਦਾ ਕੱਲ੍ਹ ਸੀ ਅੱਜ ਉਵੇਂ ਦਾ ਹੀ ਹੈ। ਤੇ ਦੇਖ ਕੇ ਦੇ ਮਨ 'ਚ ਇੱਕ, ਸਭ ਦੇ ਮਨ 'ਚ ਇਹ ਵਿਚਾਰ ਆਉਂਦੀ ਹੈ ਕਿ ਦੁਨੀਆ ਵਿੱਚ ਮੇਰੇ ਵਰਗਾ ਸੋਹਣਾ ਤੇ ਮੇਰੇ ਵਰਗਾ ਸਿਆਣਾ ਰੱਬ ਨੇ ਪੈਦਾ ਨਹੀਂ ਕੀਤਾ। ਹਰ ਇੱਕ ਬੰਦੇ ਦੇ ਮਨ 'ਚ ਭੁਲੇਖਾ ਹੈ। ਇਹ ਰੱਬ ਨੇ ਪਾਇਆ ਸਭ ਦੇ ਮਨ 'ਚ ਵੀ ਜੇ ਮੈਂ ਇਸ ਇਲਾਕੇ 'ਚ ਨਾ ਹੁੰਦਾ ਸ਼ਾਇਦ ਇੱਥੇ ਹਿਲਜੁਲ ਮਾੜੀ ਮੋਟੀ ਨਾ ਹੀ ਹੁੰਦੀ। ਇਹਨੂੰ ਕਹਿੰਦੇ ਨੇ ਹਉ ਤੇ ਮੈਂ। ਸਰੀਰ ਦੀ ਹੰਗਤਾ, ਸੰਸਾਰ ਦੀ ਮਮਤਾ ਜੁੜ ਕੇ ਹਉਮੈ ਬਣ ਗਈ। ਪਰ ਸਤਿਗੁਰ ਮਹਾਰਾਜ ਕਹਿੰਦੇ ਜੇ ਤੂੰ ਕਿਤੇ ਆਪਣੇ ਗਿਰੀਵਾਨ ਵਿੱਚ ਝਾਕ ਕੇ ਦੇਖੇ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਮਹਾਰਾਜ ਕਹਿੰਦੇ ਇਹਦੇ ਵਿੱਚ ਕੋਈ ਹੰਕਾਰ ਵਾਲੀ ਗੱਲ ਤਾਂ ਹੈ ਨਹੀਂ। ਕਹਾਂ ਫਿਰ ਤੋਂ ਭਈਆ ਫੁੱਲਿਆ ਫੁੱਲਿਆ, ਐਵੇਂ ਤੈਨੂੰ ਫਰੇਵਾਂ ਚੜਿਆ, ਪਰ ਹੈ ਤਾਂ ਇੱਕ ਢਾਂਚਾ ਹੱਡੀਆਂ ਦਾ, ਨਾੜੀਆਂ ਤੇ ਇੱਕ ਪਤਲਾ ਜਿਹਾ ਪਰਦਾ ਰੱਬ ਨੇ ਸਭ ਦੇ ਉੱਤੇ ਪਾਇਆ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਹਰ ਇੱਕ ਬੰਦਾ ਸਵੇਰੇ ਉੱਠ ਕੇ ਆਪਣਾ ਸ਼ੀਸ਼ੇ 'ਚ ਮੂੰਹ ਦੇਖਦਾ ਹੈ ਤੇ ਬੜਾ ਖੁਸ਼ ਹੁੰਦਾ ਹੈ। ਪਰ ਸ਼ੀਸ਼ਾ ਕਹਿੰਦਾ ਭਰਾਵਾ ਤੈਨੂੰ ਤਾਂ ਆਪਣਾ ਚਿਹਰਾ ਬੜਾ ਸੋਹਣਾ ਲੱਗ ਰਿਹਾ ਤੇ ਸਵਾਰ ਰਿਹਾ। ਭਾਵੇਂ ਅੱਜ ਕੱਲ੍ਹ ਮਸ਼ੀਨਾਂ ਸ਼ੀਸ਼ੇ ਬਣਾਉਂਦੀਆਂ ਨੇ, ਪਹਿਲਾਂ ਇੱਕ ਖਾਸ ਤਰ੍ਹਾਂ ਦੀ ਮਿੱਟੀ ਗੋਈ ਜਾਂਦੀ ਸੀ, ਉਹਨੂੰ ਰਗੜ ਰਗੜ ਕੇ ਸ਼ੀਸ਼ਾ ਤਿਆਰ ਹੁੰਦਾ ਸੀ। ਜੈਸੇ ਤੋ ਟਾਏ ਦਰਪਨ ਕੀਜੈ ਲੋਸਟ ਸੇਤੀ, ਸੌਖਾ ਨਹੀਂ ਸੀ ਬਣਦਾ। ਉਹ ਮਿੱਟੀ ਨੂੰ ਗੋ ਕੇ ਫਿਰ ਰਗੜ ਰਗੜ ਕੇ ਮਿੱਟੀ ਸ਼ੀਸ਼ਾ ਤਿਆਰ ਹੁੰਦਾ। ਤਾਂ ਤੇ ਕਰ ਗਹਿ ਮੁਖ ਦੇਖਤ ਸੰਸਾਰੋ ਜੀ,
ਤਾਂ ਮੂੰਹ ਵਿਖਾਉਂਦਾ ਦੂਜਿਆਂ ਨੂੰ। ਤੈਸੇ ਦੁਖ ਭੂਖ ਸੁਖ ਸਾਧਨ ਕੇ ਸਾਧ ਭਏ। ਅਖਵਾ ਤਾਂ ਸਾਰਾ ਕੁਛ ਹੀ ਲੈਣਾ ਸੌਖਾ ਹੈ, ਸਾਡੇ ਵਾਂਗ ਭਾਈ ਸਾਹਿਬ ਅਖਵਾ ਲਓ, ਭਾਵੇਂ ਬਾਬਾ ਜੀ ਅਖਵਾ ਲਓ, ਚਾਹੇ ਸੰਤ ਅਖਵਾ ਲਓ, ਗੁਰਸਿੱਖ ਵੀ ਅਖਵਾ ਲਓ, ਇਹ ਸਭ ਅਖਵਾਉਣੇ ਸੌਖੇ ਨੇ। ਬਣਨਾ ਗੁਰਸਿੱਖ ਵੀ ਔਖਾ ਹੈ, ਬਣਨਾ ਭਾਈ ਸਾਹਿਬ ਵੀ ਔਖਾ ਹੈ, ਤੇ ਬਾਬਾ ਵੀ ਸੰਤ ਵੀ। ਸਾਰੀਆਂ ਗੱਲਾਂ ਇਹਦੇ ਵਿੱਚ ਬਹੁਤ ਵੱਡਾ ਇੱਕ ਮੰਜ਼ਿਲ ਹੈ ਜਿਹੜੀ ਨੂੰ ਤੈਅ ਕਰਨੀ ਹੁੰਦੀ ਹੈ। ਪਰ ਸਾਧ ਸੰਗਤ ਜੀ, ਜਿਹੜਾ ਚੱਲ ਪਿਆ ਅੱਜ ਪਹਿਲੀ ਕਲਾਸ ਦੇ ਵਿੱਚ, ਉਹਨੇ ਐਮਏ 'ਚ ਪਹੁੰਚ ਜਾਣਾ। ਨਿੰਦਿਆ ਨਹੀਂ ਕਰਨੀ ਚਾਹੀਦੀ। ਇਹ ਚੋਲੇ ਪਾਈ ਫਿਰਦੇ ਨੇ, ਉਹ ਘੱਗਰੇ ਪਾ ਲੈਣ, ਹੋਰ ਚੋਲੇ ਨਹੀਂ ਪਾਏਦੇ। ਹੋਰ ਕੀ, ਗੁਰੂ ਦਾ ਬਾਣਾ ਹੈ। ਇੱਥੇ ਹੀ ਖੜ੍ਹੇ ਹਾਂ ਆਪਾਂ। ਬਾਜ਼ਾਰ 'ਚ ਜਿਹੜੇ ਕੋਈ ਵਸਤੂ ਖਰੀਦਣੀ, ਉਸੇ ਦੁਕਾਨ 'ਤੇ ਜਾ ਕੇ ਖੜ ਜਾਂਦਾ। ਪਰ ਸਾਧ ਸੰਗਤ ਜੀ, ਉਤਸ਼ਾਹ ਦੇਣਾ ਹੈ। ਜਿਹੜਾ ਅੱਜ ਪਹਿਲੀ ਕਲਾਸ 'ਚ ਦਾਖਲ ਹੋ ਗਿਆ, ਉਹਨੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਾ। ਐਵੇਂ ਲੱਗੇ ਰਹਿਣ ਦੀ ਲੋੜ ਹੈ। ਇਸ ਕਰਕੇ ਭਗਤ ਫਰੀਦ ਜੀ ਕਹਿੰਦੇ ਨੇ, ਸਾਧੂ ਅਖਵਾ ਲੈਣਾ, ਫਕੀਰ ਅਖਵਾ ਲੈਣਾ, ਸੰਤ ਅਖਵਾ ਲੈਣਾ ਬੜਾ ਔਖਾ ਹੈ। ਪਰ ਫਰੀਦਾ ਦਿਲ ਰਤਾ ਇਸ ਦੁਨੀ ਸਿਓ, ਦੁਨੀ ਨਾ ਕੀਤੇ ਕੰਮ। ਮਿਸਲ ਫਕੀਰਾਂ ਗਾਖੜੀ ਪਾਈਐ ਪੂਰ ਕਰਮ। ਗੁਰੂ ਅਮਰਦਾਸ ਮਹਾਰਾਜ ਦਾ ਵਚਨ ਹੈ, ਭਗਤਾਂ ਕੀ ਚਾਲ ਨਿਰਾਲੀ। ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਸੌਖਾ ਨਹੀਂ ਹੈ, ਅਖਵਾ ਲੈਣਾ ਸੌਖਾ ਹੈ। ਐਵੇਂ ਜੋੜ ਮੇਲੇ ਨਹੀਂ ਲੱਗਦੇ ਮਹਾਂਪੁਰਸ਼ਾਂ ਦੇ। ਉਹਨਾਂ ਨੇ ਦੁਖ ਭੂਖ ਸੁਖ ਸਾਧਨ ਕੇ ਸਾਧ ਭਏ। ਬੜਾ ਕੁਛ ਸੰਜਮ ਕਰਦੇ, ਥੋੜਾ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ, ਇਕੱਲਿਆਂ ਰਹਿਣਾ ਕਾਂਤ। ਜਾਂ ਤਾਂ ਬੰਦਗੀ ਵਾਲਾ ਰਹਿ ਸਕਦਾ, ਜਾਂ ਫਿਰ ਕੋਈ ਰੋਗੀ ਪਿਆ ਰਹਿ ਗਿਆ ਅੰਦਰ, ਬਾਕੀ ਇਕੱਲਾ ਅੰਦਰ ਨਹੀਂ ਰਹਿ ਸਕਦਾ ਹੈ। ਬਾਅਦ ਤੇ ਰੱਬ ਦੇ ਪਿਆਰੇ ਕਾਂਤ ਵਾਸ ਰਹਿੰਦੇ। ਸੋ ਸਾਧ ਸੰਗਤ ਜੀ, ਹਰ ਇੱਕ ਸਾਲ ਮਹਾਂਪੁਰਸ਼ਾਂ ਦੀ ਯਾਦ ਤਾਂ ਮਨਾਈ ਜਾਂਦੀ, ਉਹਨਾਂ ਨੇ ਰੱਬ ਦੀ ਯਾਦ ਵਿੱਚ ਆਪਣਾ ਜੀਵਨ ਸਫਲਾ ਕੀਤਾ ਹੈ। ਉਹਨਾਂ ਦੀ ਯਾਦ ਵਿੱਚ ਪਰਮਾਤਮਾ ਯਾਦ ਆਉਂਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ 401 ਆਗਮਨ ਪੁਰਬ ਦਿਵਸ ਸੰਗਤਾਂ ਮਨਾ ਰਹੀਆਂ। 10 ਪਾਤਸ਼ਾਹੀਆਂ ਵਿੱਚੋਂ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਪਹਿਲੇ ਪਾਤਸ਼ਾਹ ਰਾਏ ਭੋਏ ਦੀ ਤਲਵੰਡੀ, ਦੂਸਰੇ ਮੱਤੇ ਦੀ ਸਰਾਂ, ਤੀਸਰੇ ਬਾਸਰ ਕੇ, ਚੌਥੇ ਲਾਹੌਰ ਚੂਨਾ ਮੰਡੀ, ਪੰਜਵੇਂ ਪਾਤਸ਼ਾਹ ਬਡਾਲੀ, ਪੰਜਵੇਂ ਪਾਤਸ਼ਾਹ ਮਹਾਰਾਜ ਦਾ ਜਨਮ ਗੋਇੰਦਵਾਲ ਸਾਹਿਬ ਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਦਾ ਜਨਮ ਬਡਾਲੀ ਹੋਇਆ। ਸੱਤਵੇਂ ਤੇ ਅੱਠਵੇਂ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ। ਨੌਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ, ਤੇ 10ਵੇਂ ਪਾਤਸ਼ਾਹ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ। ਇੱਕ ਪਾਤਸ਼ਾਹੀ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ। ਅੰਮ੍ਰਿਤ ਵੇਲੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਮਾਲਕ ਆਸਾ ਜੀ ਦੀ ਵਾਰ ਵਿੱਚ ਸੰਗਤ 'ਚ ਜੁੜੇ ਬੈਠੇ ਨੇ। ਰਾਗੀ ਸਿੱਖ ਕੀਰਤਨ ਕਰ ਰਹੇ ਨੇ। ਸਿੱਖ ਨੇ ਕੰਨ ਦੇ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਘਰ 5ਵੇਂ ਸਾਹਿਬਜ਼ਾਦੇ ਨੇ ਜਨਮ ਲਿਆ ਹੈ। 5 ਸਾਹਿਬਜ਼ਾਦੇ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ। ਵੱਡਾ ਬਾਬਾ ਗੁਰਦਿੱਤਾ, ਸੂਰਜਮਲ, ਅਨੀ ਰਾਏ, ਬਾਬਾ ਟਲ ਰਾਏ, ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਇੱਕ ਸਪੁੱਤਰੀ ਬੀਬੀ ਵੀਰੋ, ਇੱਕ ਧੀ 6ਵੇਂ ਪਾਤਸ਼ਾਹ ਦੀ,
ਜਿਹਦਾ ਪੜਦਾਦਾ ਗੁਰੂ, ਜਿਹਦਾ ਦਾਦਾ ਗੁਰੂ, ਜਿਹਦਾ ਪਿਓ ਗੁਰੂ, ਜਿਹਦਾ ਭਰਾ ਗੁਰੂ, ਜਿਹਦਾ ਭਤੀਜਾ ਗੁਰੂ, 10ਵੇਂ ਪਾਤਸ਼ਾਹ ਮਹਾਰਾਜ। ਕੰਨ ਚ ਆ ਕੇ ਕੰਨ ਦੇ ਕੋਲ ਆਖਿਆ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ। ਉੱਠ ਕੇ ਤੁਰ ਨਹੀਂ ਪਏ ਕਿ ਚਲ ਕੋਈ ਨਹੀਂ, ਕੀਰਤਨ ਦਾ ਰੋਜ਼ ਹੀ ਹੁੰਦਾ। ਇੱਥੇ ਫੋਨ ਆ ਜਾਏ, ਕਾਕੇ ਨੂੰ ਬੁਖਾਰ ਚੜ੍ਹ ਗਿਆ, ਕਿਤੇ ਕੀਰਤਨ ਕਿਤੇ ਗੁਰੂ ਦਰਬਾਰ। ਕਿਉਂਕਿ ਅਸੀਂ ਆਪਣਾ ਮਨ ਬਣਾ ਕੇ ਨਹੀਂ ਘਰੋਂ ਤੁਰੇ ਕਿ ਕੁਝ ਸਮਾਂ ਗੁਰੂ ਦੇ ਲਿਖੇ ਲਾਉਣਾ। ਇੱਥੇ ਵੀ ਬੈਲਾਂ ਵੱਜੀ ਜਾਣਗੀਆਂ, ਮੈਂ ਕੀਰਤਨ ਸੁਣਨਾ ਪਿਆ ਫਿਰ ਕਰਨਾ। ਤੂੰ ਸੁਣਨਾ ਕਿ ਦੂਜਿਆਂ ਨੂੰ ਨਹੀਂ ਸੁਣ ਦੇ ਰਿਹਾ? ਤੂੰ ਮਨ ਬਣਾ ਕੇ ਨਹੀਂ ਆਏ। ਵੇਖਾਂਗੇ ਕੀ ਸੁਣਾਉਂਦੇ ਨੇ, ਉਹਨਾਂ ਨੇ ਕੀ ਸੁਣਾਇਆ, ਇਹ ਕੀ ਸੁਣਾਉਣ ਵਾਲੇ ਚ ਨੁਕਸ ਕੱਢੀ ਜਾਣਾ ਬੈਠਿਆਂ ਨੇ। ਜਦੋਂ ਘਰ ਤੋਂ ਤੁਰਨਾ ਹੈ, ਮਨ ਬਣਾ ਲੈਣਾ ਵੀ ਉਹਨਾਂ ਚਿਰ ਗੁਰੂ ਦੇ ਚਰਨਾਂ 'ਚ ਜੁੜ ਕੇ ਬੈਠਣਾ ਜਿੰਨਾ ਕੁ ਸਮਾਂ, ਫਿਰ ਬਾਕੀ ਤਾਂ ਚਲੋ ਕਰਦੇ ਰਹਿੰਦੇ ਵਿਹਾਰ ਕਰ। ਨੇਤਰ ਨਹੀਂ ਖੋਲੇ 6ਵੇਂ ਪਾਤਸ਼ਾਹ ਮਹਾਰਾਜ ਨੇ। ਉਸੇ ਤਰ੍ਹਾਂ ਆਪਾਂ ਨੂੰ ਉਪਦੇਸ਼ ਦੇ ਰਹੇ ਨੇ। ਚੌਂਕੜਾ ਵੱਜਾ ਹੈ, ਮਹਾਰਾਜ ਦਾ ਨੇਤਰ ਬੰਦ ਨੇ। ਆਸਾ ਵਾਰ ਦਾ ਕੀਰਤਨ ਸਮਾਪਤੀ ਹੋਈ। ਬਾਹਰ ਆਏ ਮਹਾਰਾਜ ਦਰਬਾਰ ਸਾਹਿਬ ਤੋਂ। ਸਿੱਖ ਨੇ ਫਿਰ ਆਖਿਆ, ਮਹਾਰਾਜ ਵਧਾਈ ਹੋਵੇ ਤੁਹਾਨੂੰ, ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਭਾਈ ਬਿਧੀ ਚੰਦ ਜੀ ਗੁਰੂ ਕੇ ਮਹਿਲ ਵੱਲ ਤੁਰ ਪਏ। ਨਾਲ ਨੇ 6ਵੇਂ ਪਾਤਸ਼ਾਹ ਦੇ ਤੇ ਮਾਤਾ ਨਾਨਕੀ ਜੀ ਗੋਦ ਵਿੱਚ ਲੈ ਕੇ ਬੈਠੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ, ਜਿਨ੍ਹਾਂ ਦੇ ਘਰ ਇਹੋ ਜਿਹੇ ਅਵਤਾਰੀ ਪੁਰਸ਼, ਸਤਪੁਰਸ਼, ਸੇਵਾ ਕਰਨ ਵਾਲੇ, ਬੰਦਗੀ ਕਰਨ ਵਾਲੇ ਜਨਮ ਲੈਂਦੇ ਨੇ। ਉਹਨਾਂ ਨੂੰ ਗੁਰਬਾਣੀ 'ਚ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਨਿਆ ਮਾਏ। 2 ਵਾਰੀ ਧੰਨ ਧੰਨ। ਵੈਸੇ ਬਹੁਤ ਥਾਵਾਂ ਤੇ ਆਖਿਆ ਮਾਰੇ, 3 ਧੰਨ ਜਨੇਂਦੀ ਮਾਓ ਆਏ ਸਫਲ ਸੇ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਕਿਹਨਾਂ ਨੂੰ? ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ। ਉਸ ਮਾਂ ਨੂੰ ਬਾਣੀ ਥਾਂ ਥਾਂ ਤੇ ਧੰਨ ਆਖਿਆ ਗਿਆ। ਕਿਸੇ ਅਰਬਾਂ ਖਰਬਾਂ, ਕਿਸੇ ਰਾਜੇ ਮਹਾਰਾਜੇ, ਕਿਸੇ ਲੈਣ ਲਾੜ ਦੀ ਮਾਂ ਨੂੰ ਬਾਣੀ ਧੰਨ ਨਹੀਂ ਆਖਿਆ ਮਹਾਰਾਜ। ਮਾਤਾ ਨੇ, ਮਾਤਾ ਨਾਨਕੀ ਜੀ ਨੇ 6ਵੇਂ ਪਾਤਸ਼ਾਹ ਮਹਾਰਾਜ ਨੂੰ ਦਿੱਤੇ ਝੋਲੀ। ਤੇ ਕਹਿਣ ਲੱਗੇ, ਭਾਰੀ ਗੁਰੂ ਹੋਣਗੇ। ਤੇ ਚਰਨਾਂ ਵੱਲ ਸ਼ੀਸ਼ ਝੁਕਾਇਆ 9ਵੇਂ ਪਾਤਸ਼ਾਹ, 6ਵੇਂ ਪਾਤਸ਼ਾਹ ਮਹਾਰਾਜ ਨੇ। ਵੈਸੇ ਇਹ ਨਹੀਂ ਹੈ ਕਿ ਅੱਜ ਸੁਚੇਤ ਨਹੀਂ ਸਿੱਖ, ਪਰ ਘੱਟ ਨੇ। ਕੋਈ ਗੁਰੂ ਘਰ ਤੋਂ ਉਲਟ ਸੁਣਾਈ ਜਾਏ, ਕੋਈ ਸਰੋਵਰਾਂ ਦੀ ਨਿੰਦਿਆ ਕਰੀ ਜਾਏ, ਕੋਈ ਇਤਿਹਾਸ ਨੂੰ ਉਲਟ। ਆਪਾਂ ਉਸ ਪ੍ਰਧਾਨ ਜੀ ਉਹਨਾਂ ਨੇ ਸੱਦਿਆ, ਉਹ ਨਾਰਾਜ਼ ਹੋ ਜਾਣਗੇ, ਲੜ ਪੈਣਗੇ। ਜੇ ਉੱਥੇ ਪੁੱਛਣਾ ਚਾਹੀਦਾ, ਉੱਗਦਾ ਨਦੀਨ ਪੱਟ ਦੇਣਾ ਚਾਹੀਦਾ, ਨਹੀਂ ਤਾਂ ਝੜ ਜਾਂਦਾ ਵੀ ਅਗਾਂ ਹੋਰ। ਤੇ ਬੜਾ ਕਬਾੜ ਉੱਗ ਗਿਆ ਸਾਡੇ ਰੂਪ ਦੇ ਵਿੱਚ। ਸਾਡੇ ਇਤਿਹਾਸ ਤੋਂ ਉਲਟ ਪ੍ਰਚਾਰ ਹੋ ਰਿਹਾ, ਤੇ ਅਸੀਂ ਸੁਣਨ ਵਾਲੇ ਸੁਣਦੇ ਹਾਂ ਤਾਂ ਹੋ ਰਿਹਾ। ਜੇ ਕੋਈ ਨਾ ਸੁਣੇ ਹੋਏਗਾ ਹੀ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੇ ਜਦ ਹੀ ਬੇਨਤੀ ਕੀਤੀ, ਮਹਾਰਾਜ ਤੁਹਾਡਾ ਸਾਹਿਬਜ਼ਾਦਾ ਤੇ ਤੁਸੀਂ ਨਮਸਕਾਰ ਕੀਤੀ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ, ਬਾਬਾ ਜੀ ਇਹ ਗੁਰੂ ਦੇ ਪਿਤਾ ਹੋਣਗੇ। ਇਹਨਾਂ ਦੇ ਘਰ ਜਿਹੜਾ ਪੁੱਤਰ ਪੈਦਾ ਹੋਏਗਾ, ਉਹਨੇ ਜ਼ੁਲਮ ਦੀਆਂ ਜੜ੍ਹਾਂ ਪੱਟਣੀਆਂ। ਨਮਸਕਾਰ ਕੀਤੀ 6ਵੇਂ ਪਾਤਸ਼ਾਹ ਮਹਾਰਾਜ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿੱਥੇ ਸਤਿਗੁਰਾਂ ਦੇ ਮੁਬਾਰਕ ਚਰਨ ਪੈਣ ਜਾਣ, ਜਿਹੜੀ ਧਰਤੀ ਤੇ ਸਤਿਗੁਰੂ ਪ੍ਰਗਟ ਹੁੰਦੇ ਨੇ, ਸਾ ਧਰਤੀ ਭਈ ਹਰਿਆਵਲੀ। ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ।
जिन मेरा सतगुर देखा जाए। जिथे जाए बह मेरा सतगुरु, सो थान सुहावा राम राज। गुरसिੱਖੀ सो थान भालिया, लै धूर मुखलावा। जिन्हें आपां वैसे नूं हिंद दी चादर बना लिया, ये शब्द साडी जबान ते चाढ़िया गया कि हिंद दी चादर गुरु तेग बहादुर महाराज नूं आख्या। हिंद दी चादर शब्द नहीं है, ये पक गया। हुण अपनी यही आखी जाने, गुरु तेग बहादुर महाराज सारी सृष्टि की चादर बने। ये नहीं कल्ले हिंदुआं दा उन्होंने धर्म बचाउण वास्ते शहादत देती। जे इस्लाम मत ते जुल्म हुंदा तां गुरु तेग बहादुर महाराज ने उन्हां वास्ते भी शहादत देनी सी। प्रगट भए गुरु तेग बहादुर, ढापी सगल सृष्ट पै चादर। सारी सृष्टि की चादर बने गुरु तेग बहादुर महाराज, जिहड़ा किसी दा नगेज नहीं देख सकते। साध संगत जी, समय की समाप्ति है। सियाणा वक्ता वो हुंदा है कि सैकटरी वास्ते 1 मिनट छड्ड देवे, उन्हें अगे लॉसमेंट करनी हुंदी है। नहीं तो टाइम हो गया, बस मैं एक गल कह लवां तो पहला होर कुछ करता है पिया, पहला क्यों नहीं एक गल आखी भी वह टाइम अपसट करके हटना हुंदा उन्हें। पर सियाणे वक्ते नहीं दस्सिया जांदा अपने टाइम चुक के 1 मिनट छड्ड देना। बाबे गुरदित्ते की शादी है, सियाल का महीना है, तो बरात तैयार हो रही है, बटाले जानी जिथे गुरु नानक देव महाराज दी गई सी। बड़े कीमती वस्त्र पाए गए, गहने ते वस्त्र। बरात तैयार हुई है, गुरु तेग बहादुर महाराज खेड़ दे बाहर निकले। बच्चा ठरू ठरू कर रहा, कंब रहा, कपड़े पाटे ने। उन्होंने पुछते ने, तेरी माँ ने तेन चंगे वस्त्र नहीं सवा के दिते गर्म? वो कहता किहदी माँ जिहड़ी अपने बच्चे नूं चंगे वस्त्र सवा के नहीं देना चाहती? भुखी रह लेगी माँ, पर अपने पुत्र नूं चंगा खाण नूं ते चंगा पाउण नूं देगी। मेरी माँ अत दी गरीब है, वो मैनूं सवा के नहीं दे सकती वस्त्र। धन गुरु तेग बहादुर महाराज ने अपने गलों वस्त्र लाए, उस बच्चे के गल च पाते, गहने भी ते वस्त्र भी। आप नंगे पिंडे घर आ गए। बरात की तैयारी है। माता नानकी पुछदी है, लाल आ तू नंगे पिंडे कित्थों वस्त्र किन्नू दे आया? माता एक गरीब बच्चा सी, बाहर कंब रहा सी, मैं वो वस्त्र उन्होंने दे आया। होनहार पुरवन के चिकने चिकने पात। जिथे प्रबंधकां नूं नौवें पातशाह महाराज दे आगमन पुरब दीआं वधाइयां, उत्थे महापुरुषां दे जीवन तो आपां सेध लैके जाइए। की सिੱਖਿਆ, की पल्ले बन्निया, ये जान लगे अपने मन नाल हिसाब किताब जरूर करिओ भी किहड़ी गल असीं उन्हां जीवन विचों अपने पल्ले बन्न के आए हां। होईआं भुल्लां दी खिमा जी। वाहिगुरू जी का खालसा, वाहिगुरू जी